ਹੈਲੋ ਬੇਟਾ ਬੇਟਾ ਅਗਲਾ ਕੁਐਸਚਨ ਤੁਹਾਡਾ ਹੈਗਾ ਵਾ ਈ ਕਮਰਸ ਲਈ ਜ਼ਰੂਰੀ ਤੱਤ ਕਿਹੜੇ ਹਨ ਜਾਂ ਈ ਕਮਰਸ ਲਈ ਕਿਹੜੀ ਚੀਜ਼ਾਂ ਦੀ ਲੋੜ ਪੈਂਦੀ ਹੈ। ਮੀਨਸ ਜਦੋਂ ਆਪਾਂ ਈ ਕਮਰਸ ਕਰਨੀ ਹੁੰਦੀ ਹੈ ਉਹਦੇ ਲਈ ਸਾਨੂੰ ਕਿਹੜੀ ਚੀਜ਼ਾਂ ਦੀ ਲੋੜ ਪੈਂਦੀ ਹੈ। ਜਿਹੜੀ ਚੀਜ਼ਾਂ ਦੀ ਲੋੜ ਪੈਂਦੀ ਉਹੀ ਸਾਡੇ ਕੀ ਹੁੰਦੇ ਨੇ, ਤੱਤ ਹੁੰਦੇ ਨੇ। ਕਲੀਅਰ। ਇਹ ਬੜਾ ਸਾਰੇ ਪੁਆਇੰਟਸ ਯਾਦ ਕਰਨੇ ਆ। ਪਹਿਲੀ ਲੋੜ ਕੀ ਆਉਂਦੀ ਹੈ, ਵਸਤੂਆਂ ਦੀ ਉਪਲਬਧੀ। ਹੁਣ ਤੁਸੀਂ ਔਨਲਾਈਨ ਅਗਰ ਕੋਈ ਚੀਜ਼ ਖਰੀਦਣੀ ਆ, ਔਨਲਾਈਨ ਅਗਰ ਚੀਜ਼ਾਂ ਅਵੇਲੇਬਲ ਹੋਣਗੀਆਂ ਤਾਂ ਹੀ ਤੁਸੀਂ ਖਰੀਦੋਗੇ। ਅਗਰ ਵੈਬਸਾਈਟ ਦੇ ਉੱਤੇ ਚੀਜ਼ਾਂ ਹੀ ਹੈਣਗੀਆਂ ਤਾਂ ਖਰੀਦੋਗੇ ਕੀ। ਇਸ ਲਈ ਪਹਿਲਾਂ ਵਸਤੂਆਂ ਦਾ ਹੋਣਾ ਕੀ ਹੈ, ਜ਼ਰੂਰੀ ਆ। ਦੂਜਾ ਵੈਬਸਾਈਟ ਹੁਣ ਐਮਾਜ਼ੋਨ ਫਲਿੱਪਕਾਰਟ ਕੋਈ ਵੈਬਸਾਈਟ ਹੋਵੇ ਹੀ ਨਾ, ਤੁਸੀਂ ਕਿੱਥੋਂ ਖਰੀਦੋਗੇ। ਇਹ ਲਈ ਵੈਬਸਾਈਟ ਦਾ ਹੋਣਾ ਵੀ ਜ਼ਰੂਰੀ ਹੈ। ਤੀਸਰਾ ਗਿਆ ਕੰਪਿਊਟਰ ਅਤੇ ਹੋਰ ਉਪਕਰਨ। ਤੁਹਾਡੇ ਕੋਲ ਕੰਪਿਊਟਰ, ਮੋਬਾਈਲ ਕੋਈ ਜਾਂ ਲੈਪਟਾਪ ਕੋਈ ਨਾ ਕੋਈ ਚੀਜ਼ ਹੋਊਗੀ ਤਾਂ ਹੀ ਤੁਸੀਂ ਸਾਈਟ ਖੋਲੋਗੇ। ਇਸ ਲਈ ਉਹਦਾ ਹੋਣਾ ਵੀ ਜ਼ਰੂਰੀ ਹੈ। 3 ਪੁਆਇੰਟ ਹੋ ਗਏ। ਚੌਥਾ ਪੁਆਇੰਟ ਤੁਹਾਡਾ ਬੇਟਾ ਕੀ ਆ ਜਾਂਦਾ ਵਾ, ਇੰਟਰਨੈਟ ਕਨੈਕਸ਼ਨ। ਕਿ ਇੰਟਰਨੈਟ ਦਾ ਤੁਹਾਡੇ ਕੋਲ ਕਨੈਕਸ਼ਨ ਵੀ ਚਾਹੀਦਾ ਵਾ। ਪੰਜਵਾਂ, ਅਗਰ ਆਪਾਂ ਭੁਗਤਾਨ ਕਰਨਾ ਸੇ ਪੇਮੈਂਟ ਕਰਨੀ ਹੈ, ਪੇਮੈਂਟ ਕਰਨ ਲਈ ਕੋਈ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਕੋਈ ਨੈੱਟ ਬੈਂਕਿੰਗ, ਕੋਈ ਇੱਦਾਂ ਦੀ ਚੀਜ਼ ਵੀ ਸਾਨੂੰ ਚਾਹੀਦੀ ਹੈ। ਠੀਕ ਹੈ। ਉਸ ਤੋਂ ਗਾਹਕ ਵੀ ਹੋਣੇ ਚਾਹੀਦੇ ਅਤੇ ਵਿਕਰੇਤਾ ਵੀ ਹੋਣਾ ਚਾਹੀਦਾ ਵਾ, ਅਤੇ ਕਾਨੂੰਨੀ ਸੇਵਾਵਾਂ। ਇਹ ਸਾਰੇ ਉਹਦੇ ਕੀ ਬਣ ਜਾਂਦੇ, ਜ਼ਰੂਰੀ ਤੱਤ। ਜ਼ਰੂਰੀ ਤੱਤ ਦਾ ਮਤਲਬ ਹੁੰਦਾ ਕਿ ਆਪਾਂ ਕੋਈ ਵੀ ਚੀਜ਼ ਅਗਰ ਔਨਲਾਈਨ ਖਰੀਦਣੀ ਹੈ, ਕਿਸੇ ਵੀ ਚੀਜ਼ ਨੂੰ ਔਨਲਾਈਨ ਖਰੀਦਣ ਦੇ ਲਈ ਸਾਨੂੰ ਕਿਹੜੀ ਚੀਜ਼ਾਂ ਰਿਕੁਆਇਰਡ ਨੇ, ਕਿਹੜੀ ਚੀਜ਼ਾਂ ਚਾਹੀਦੀਆਂ ਵਾ, ਉਹ ਉਹਦੇ ਕੀ ਬਣ ਜਾਂਦੇ ਹੁੰਦੇ ਨੇ, ਜ਼ਰੂਰੀ ਤੱਤ। ਕਿ ਬੇਟਾ ਇਹ ਕੁਐਸਚਨ ਸਿੰਪਲ ਯਾਦ ਹੋ ਜਾਣਾ ਵਾ। ਅਗਲਾ ਕੁਐਸਚਨ ਬੇਟਾ ਜਿਹੜਾ ਹੈਗਾ ਵਾ ਈ ਕਮਰਸ ਦੀ ਕਾਰਜ ਵਿਧੀ। ਕਿ ਈ ਕਮਰਸ ਆਪਾਂ ਕੀ ਕਰਦੇ, ਕਿੱਦਾਂ ਕੰਮ ਕਰਦੇ ਹਾਂ। ਇਹ ਬੜਾ ਕੁਐਸਚਨ ਆਪਾਂ ਪਹਿਲਾਂ ਕਲਾਸ 'ਚ ਵੀ ਯਾਦ ਕੀਤਾ ਵਾ, ਤੁਹਾਡੇ ਪ੍ਰੈਕਟੀਕਲ 'ਚ ਵੀ ਪਾਇਆ ਸੀਗਾ ਕਿ ਇਹ 'ਚ ਆਪਾਂ ਉਹੀ ਦੱਸਣਾ ਵਾ ਕਿ ਔਨਲਾਈਨ ਆਪਾਂ ਕੋਈ ਵੀ ਚੀਜ਼ਾਂ ਵਗੈਰਾ ਕਿੱਦਾਂ ਖਰੀਦਦੇ ਹਾਂ, ਅਤੇ ਉਹੀ ਉਹਦੀ ਈ ਕਮਰਸ ਦੀ ਕੀ ਬਣ ਜਾਂਦੀ ਹੈ, ਵਿਧੀ। ਇਹਦਾ ਪਹਿਲਾ ਪੁਆਇੰਟ ਕੀ ਹੈ, ਸਭ ਤੋਂ ਪਹਿਲਾਂ ਉਪਭੋਗਤਾ ਦੁਆਰਾ ਆਪਣੀ ਲੋੜੀਂਦੀ ਵੈਬਸਾਈਟ ਨੂੰ ਖੋਲ੍ਹਿਆ ਜਾਂਦਾ। ਕਿ ਤੁਸੀਂ ਜਿਸ ਵੀ ਵੈਬਸਾਈਟ ਤੋਂ ਸਮਾਨ ਲੈਣਾ ਚਾਹੁੰਦੇ ਹੋ, ਤੁਸੀਂ ਪਹਿਲਾਂ ਉਹ ਵਾਲੀ ਵੈਬਸਾਈਟ ਕੀ ਆ ਖੋਲੋਗੇ, ਐਪ ਜਾਂ ਵੈਬਸਾਈਟ ਉਹ ਵਾਲੀ ਖੋਲੋਗੇ। ਔਰ ਤੁਸੀਂ ਐਮਾਜ਼ੋਨ ਤੋਂ ਖਰੀਦਣਾ ਚਾਹੁੰਦੇ ਹੋ, ਐਮਾਜ਼ੋਨ ਖੋਲੋਗੇ। ਔਰ ਫਲਿੱਪਕਾਰਟ ਤੋਂ ਖਰੀਦਣਾ ਚਾਹੁੰਦੇ ਹੋ, ਫਲਿੱਪਕਾਰਟ ਖੋਲੋਗੇ। ਸੋ ਜਿਸ ਵੀ ਐਪ ਤੋਂ ਜਾਂ ਜਿਸ ਵੀ ਵੈਬਸਾਈਟ ਤੋਂ ਤੁਸੀਂ ਸਮਾਨ ਖਰੀਦਣਾ ਚਾਹੁੰਦੇ ਹੋ, ਪਹਿਲਾਂ ਤੁਸੀਂ ਉਹ ਵਾਲੀ ਵੈਬਸਾਈਟ ਕੀ ਕਰੋਗੇ, ਖੋਲੋਗੇ। ਦੂਜਾ ਪੁਆਇੰਟ ਕੀ ਲਿਖਣਾ, ਫਿਰ ਉਸ ਵੈਬਸਾਈਟ 'ਤੇ ਜਾ ਕੇ ਜੋ ਵੀ ਤੁਹਾਨੂੰ ਲੋੜ ਅਨੁਸਾਰ ਆਪਣੀਆਂ ਵਸਤੂਆਂ ਕੀ ਕਰੋਗੇ, ਪਸੰਦ ਕਰੋਗੇ। ਤੁਸੀਂ ਬੂਟ ਲੈਣੇ ਆ, ਸ਼ੂਜ਼ ਲੈਣੇ ਆ, ਤੁਸੀਂ ਸ਼ੂਜ਼ ਦੇਖੋਗੇ। ਤੁਸੀਂ ਜੀਨ ਲੈਣੀ, ਜੀਨ ਦੇਖੋਗੇ। ਤੁਸੀਂ ਕੋਈ ਮੋਬਾਈਲ ਖਰੀਦਣਾ, ਮੋਬਾਈਲ ਦੇਖੋਗੇ। ਵੀ ਜੋ ਵੀ ਤੁਸੀਂ ਚੀਜ਼ ਖਰੀਦਣੀ ਚਾਹੁੰਦੇ ਹੋ, ਆਪਣੀ ਪਸੰਦ ਦੇ ਮੁਤਾਬਿਕ ਵਸਤੂਆਂ ਕੀ ਕਰੋਗੇ, ਉੱਥੋਂ ਚੁਣੋਗੇ। ਤੀਸਰਾ ਪੁਆਇੰਟ, ਇਸ ਤੋਂ ਬਾਅਦ ਫਿਰ ਅਸੀਂ ਆਪਣੇ ਪਤਾ ਭਰਾਂਗੇ। ਫਿਰ ਆਪਾਂ ਕੀ ਭਰਦੇ ਹੁੰਦੇ, ਉਹ 'ਚ ਆਪਣਾ ਐਡਰੈਸ। ਚਲੋ ਪਹਿਲਾਂ ਚੀਜ਼ ਪਸੰਦ ਕਰ ਲਈ, ਚੀਜ਼ ਪਸੰਦ ਕਰਨ ਤੋਂ ਪਹਿਲਾਂ ਆਪਾਂ ਜਿਸ ਐਡਰੈਸ 'ਤੇ ਆਪਾਂ ਉਹ ਚੀਜ਼ ਮੰਗਵਾਉਣੀ ਆ, ਆਪਾਂ ਉੱਥੇ ਆਪਣਾ ਐਡਰੈਸ ਕੀ ਕਰਦੇ, ਪਤਾ ਕੀ ਕਰ ਦਿੰਦੇ ਹਾਂ, ਫਿਲ ਕਰ ਦਿੰਦੇ ਹਾਂ। ਫਿਰ ਚੌਥੇ ਪੁਆਇੰਟ ਕੀ ਆਉਂਦਾ ਵਾ ਕਿ ਉਸ ਤੋਂ ਬਾਅਦ ਆਪਾਂ ਨੂੰ ਕੀ ਪੁੱਛਦਾ, ਉਹ ਪੇਮੈਂਟ ਬਾਰੇ ਪੁੱਛਦਾ ਵਾ ਕਿ ਪੇਮੈਂਟ ਤੁਸੀਂ ਕਿੱਦਾਂ ਕਰਨੀ ਚਾਹੁੰਦੇ ਹੋ। ਤੁਸੀਂ COD ਕਰਨਾ ਚਾਹੁੰਦੇ ਹੋ, ਡੈਬਿਟ ਕਾਰਡ ਨਾਲ ਕਰਨਾ ਚਾਹੁੰਦੇ ਹੋ, ਨੈੱਟ ਬੈਂਕਿੰਗ ਨਾਲ ਕਰਨਾ ਚਾਹੁੰਦੇ ਹੋ, ਕ੍ਰੈਡਿਟ ਕਾਰਡ ਨਾਲ ਕਰਨਾ ਚਾਹੁੰਦੇ ਹੋ। ਸੋ ਜਿਸ ਵੀ ਤਰੀਕੇ ਨਾਲ ਤੁਸੀਂ ਪੇਮੈਂਟ ਕਰਨੀ ਚਾਹੁੰਦੇ ਹੋ, ਫਿਰ ਆਪਾਂ ਪੇਮੈਂਟ ਵਾਲੀ ਆਪਸ਼ਨ ਕੀ ਕਰ ਲੈਂਦੇ, ਉਹ ਵੀ ਚੁਣ ਲਵਾਂਗੇ। ਉਸ ਤੋਂ ਭੁਗਤਾਨ ਉਸ ਤੋਂ ਪੰਜਵਾਂ ਪੁਆਇੰਟ ਕੀ ਆ ਗਿਆ ਕਿ ਪੇਮੈਂਟ ਕਰਨ ਤੋਂ ਬਾਅਦ ਅਸੀਂ ਆਪਣਾ ਆਰਡਰ ਕੀ ਕਰ ਦਿੰਦੇ ਹਾਂ, ਕਨਫਰਮ ਕਰ ਦਿੰਦੇ ਹਾਂ। ਮੀਨਸ ਪਲੇਸ ਯੋਰ ਆਰਡਰ ਦੀ ਆਪਸ਼ਨ ਆਉਂਦੀ ਹੈ, ਅਸੀਂ ਪਲੇਸ ਯੋਰ ਆਰਡਰ ਦੀ ਆਪਸ਼ਨ ਦੱਬ ਕੇ ਅਸੀਂ ਆਪਣਾ ਆਰਡਰ ਕੀ ਕਰ ਦਿੰਦੇ ਹਾਂ, ਕਨਫਰਮ ਮੀਨਸ ਆਰਡਰ ਪਲੇਸ ਕਰ ਦਿੰਦੇ ਹਾਂ। ਉਸ ਤੋਂ 6 ਪੁਆਇੰਟ ਪਹਿਲਾਂ ਫਿਰ ਤੁਹਾਨੂੰ ਕੀ ਪੁੱਛਦੇ ਹੋ, ਆਪਣੀ ਫੀਡਬੈਕ ਬਾਰੇ ਪੁੱਛਦੇ ਆ। ਫੀਡਬੈਕ ਮੀਨਸ ਤੁਹਾਨੂੰ ਆਉਂਦਾ ਕਿ ਸਾਡੀ ਸਾਈਟ ਦੀ ਰੇਟਿੰਗ ਕਰੋ, ਆਉਂਦਾ ਨਹੀਂ ਰੇਟਿੰਗ ਦਿਓ 1 ਸਟਾਰ 2 ਸਟਾਰ 3 ਸਟਾਰ 4 ਸਟਾਰ 5 ਸਟਾਰ ਇਹਦਾ ਰੇਟ ਬਣੇ ਹੁੰਦੇ ਨੇ। ਸੋ ਆਪਣੀ ਫੀਡਬੈਕ ਦੇਣ ਦੇ ਲਈ ਤੁਸੀਂ ਉਸ ਸਾਈਟ ਦੀ ਕਰ ਦਿੰਦੇ ਹੋ, ਰੇਟਿੰਗ ਕਰ ਦਿੰਦੇ ਹੋ। ਤੁਹਾਨੂੰ ਜਿੱਦਾਂ ਦੀ ਪਸੰਦ ਹੁੰਦੀ ਹੈ, ਤੁਹਾਨੂੰ ਬਹੁਤ ਵੈਬਸਾਈਟ ਅੱਛੀ ਲੱਗੀ ਹੈ, ਤੁਸੀਂ ਉਹਨੂੰ 5 ਸਟਾਰ ਦੇ ਦੋਗੇ, ਘੱਟ ਲੱਗੀ ਹੈ 4 ਸਟਾਰ ਦੇ ਦੋਗੇ। ਸੋ ਆਪਣੀ ਪਸੰਦ ਦੇ ਮੁਤਾਬਿਕ ਤੁਸੀਂ ਉਹਦੀ ਕੀ ਕਰ ਦਿੰਦੇ ਹੋ, ਫੀਡਬੈਕ ਦਿੰਦੇ ਹੋ। ਉਸ ਤੋਂ ਬਾਅਦ ਕੀ ਆਉਂਦਾ ਵਾ, ਫਿਰ ਇਸ ਤੋਂ ਬਾਅਦ ਤੁਹਾਨੂੰ ਈਮੇਲ ਦਾ ਜਾਂ ਇਸ ਪ੍ਰਕਾਰ ਹੀ ਈਮੇਲ ਦਾ ਹੋਰ ਆਧੁਨਿਕ ਪ੍ਰਯੋਗ ਕਰਕੇ ਵੀ ਅਸੀਂ ਦਸਤਾਵੇਜ਼ ਨੂੰ ਭੇਜ ਸਕਦੇ ਹਾਂ। ਇਹ ਤਾਂ ਹੋ ਗਿਆ ਚੀਜ਼ ਨੂੰ ਖਰੀਦਣ ਦਾ ਤਰੀਕਾ। ਦੂਜਾ, ਅਗਰ ਆਪਾਂ ਕੋਈ ਦਸਤਾਵੇਜ਼ ਭੇਜਣੀ ਹੈ, ਡਾਕੂਮੈਂਟ ਭੇਜਣੀ ਹੈ, ਤਾਂ ਉਹਦੇ ਲਈ ਆਪਾਂ ਕੀ ਇਸਤੇਮਾਲ ਕਰਦੇ ਹਾਂ, ਈਮੇਲ। ਸੋ ਅਗਰ ਤਾਂ ਤੁਹਾਨੂੰ ਪੇਪਰ 'ਚ ਆ ਜਾਵੇ ਕਿ ਆਪਾਂ ਕੋਈ ਚੀਜ਼ ਕਿਵੇਂ ਖਰੀਦਦੇ ਹਾਂ, ਫਿਰ ਤਾਂ ਸਿਰਫ 6 ਪੁਆਇੰਟ ਲਿਖ ਕੇ ਉਸ ਤੋਂ ਬਾਅਦ 7ਵਾਂ 8ਵਾਂ ਪੁਆਇੰਟ ਨਹੀਂ ਲਿਖਣਾ। ਠੀਕ ਹੈ। ਪਰ ਅਗਰ ਤੁਹਾਨੂੰ ਆਉਂਦਾ ਈ ਕਮਰਸ ਦੀ ਵਿਧੀ ਕੀ ਹੈ, ਕਿਉਂ ਆਪਾਂ ਪੜ੍ਹਿਆ ਸੀ ਨਾ ਮੀਨਿੰਗ ਵਿੱਚ ਕਿ ਈ ਕਮਰਸ ਦਾ ਕੰਮ ਇਕੱਲਾ ਚੀਜ਼ਾਂ ਵੇਚਣਾ ਨਹੀਂ ਹੁੰਦਾ। ਈ ਕਮਰਸ ਦਾ ਕੰਮ ਜਿਹੜਾ ਵਾ ਉਹ ਡਾਕੂਮੈਂਟ ਵੀ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਜਾਣਕਾਰੀ ਵੀ ਜਿਹੜੀ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਾਂਝੀ ਕਰਨ ਲਈ ਈ ਕਮਰਸ ਵਰਤੀ ਜਾਂਦੀ ਹੈ। ਸੋ ਅਗਰ ਕੋਈ ਚੀਜ਼ਾਂ ਖਰੀਦਣ ਬਾਰੇ ਕੁਐਸਚਨ ਆ ਗਿਆ ਤਾਂ ਸਿਰਫ 6 ਪੁਆਇੰਟ ਲਿਖਣੇ ਆ। ਪਰ ਅਗਰ ਈ ਕਮਰਸ ਦੀ ਵਿਧੀ ਆ ਗਈ, ਫਿਰ ਨਾਲ 7ਵਾਂ 8ਵਾਂ ਪੁਆਇੰਟ ਵੀ ਜੋੜ ਦੇਣਾ ਵਾ। 7ਵੇਂ ਪੁਆਇੰਟ 'ਚ ਆਪਾਂ ਦੱਸਣਾ ਕੀ ਹੈ ਕਿ ਆਪਾਂ ਕੋਈ ਵੀ ਅਗਰ ਜਾਣਕਾਰੀ ਭੇਜਣੀ ਹੁੰਦੀ ਹੈ ਜਾਂ ਕੋਈ ਵੀ ਡਾਕੂਮੈਂਟ ਵਗੈਰਾ ਭੇਜਣੇ ਹੁੰਦੇ ਆ, ਤਾਂ ਡਾਕੂਮੈਂਟ ਭੇਜਣ ਲਈ ਆਪਾਂ ਕਿਸ ਚੀਜ਼ ਦਾ ਇਸਤੇਮਾਲ ਕਰਦੇ ਹਾਂ, ਈਮੇਲ ਦਾ। ਈਮੇਲ ਆਪਾਂ ਅਟੈਚ ਕਰਕੇ ਭੇਜ ਦਿੰਦੇ ਹਾਂ। ਔਰ ਇਸ ਕੰਮ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸਾਨੂੰ ਬਹੁਤ ਸਾਰੇ ਸੌਫਟਵੇਅਰ ਆਪਾਂ ਕੀ ਵਰਤਦੇ ਹਾਂ। ਹੁਣ ਤੁਹਾਨੂੰ ਮੈਂ ਦੱਸਿਆ ਆਪਾਂ ਪੜ੍ਹਿਆ ਹੀ ਹੋਇਆ ਟਾਈਪੋਗ੍ਰਾਫੀ ਵਿੱਚ ਵੀ ਕਿ ਅਗਰ ਆਪਾਂ ਕੋਈ ਵੀ ਕੰਮ ਔਨਲਾਈਨ ਕਰਦੇ ਹਾਂ ਤਾਂ ਉਹ 'ਚ ਖਤਰਾ ਕਿਸ ਚੀਜ਼ ਹੁੰਦਾ ਵਾ, ਵਾਇਰਸ ਦਾ। ਤਾਂ ਇਸ ਵਾਇਰਸ ਵਗੈਰਾ ਤੋਂ ਬਚਣ ਲਈ ਆਪਾਂ ਕਿਸ ਚੀਜ਼ ਦਾ ਇਸਤੇਮਾਲ ਕਰਦੇ ਹਾਂ, ਸੁਰੱਖਿਆ ਦਾ। ਸੁਰੱਖਿਆ ਮੀਨਸ ਐਂਟੀਵਾਇਰਸ ਵਗੈਰਾ ਦਾ ਇਸਤੇਮਾਲ ਕਰਕੇ ਚੱਲਦੇ ਹਾਂ। ਠੀਕ ਬੇਟਾ। ਸੋ ਇਹ ਤੁਹਾਡੀ ਬਣ ਜਾਂਦੀ ਹੈ ਈ ਕਮਰਸ ਦੀ ਕਾਰਜ ਵਿਧੀ। ਅਗਲਾ ਬੇਟਾ ਤੁਹਾਡਾ ਕੁਐਸਚਨ ਆਇਆ ਵਾ ਈ ਬੈਂਕਿੰਗ ਦੀ ਪ੍ਰਕਿਰਿਆ। ਵੀ ਉਹ ਤਾਂ ਸੀਗੀ ਈ ਕਮਰਸ। ਈ ਕਮਰਸ ਅਗਰ ਆਪਾਂ ਕੋਈ ਚੀਜ਼ ਖਰੀਦਣੀ ਆ ਤਾਂ ਉਹਦੇ ਕੀ ਸਟੈਪਸ ਨੇ। ਇਹ ਹੈਗਾ ਹੁਣ ਅਗਲਾ ਕੁਐਸਚਨ ਹੈਗਾ ਈ ਬੈਂਕਿੰਗ ਦਾ, ਕਿ ਈ ਬੈਂਕਿੰਗ ਦੀ ਪ੍ਰਕਿਰਿਆ ਕੀ ਹੈ। ਅਗਰ ਬੈਂਕ ਵਿੱਚ ਆਪਾਂ ਕੋਈ ਈ ਬੈਂਕਿੰਗ ਨੈੱਟ ਬੈਂਕਿੰਗ ਆਪਾਂ ਕਰਦੇ ਹਾਂ, ਉਹ ਕਿਵੇਂ ਇਸਤੇਮਾਲ ਕਰਦੇ ਹਾਂ, ਉਹਦੇ ਆਪਾਂ ਸਟੈਪਸ ਦੱਸਣੇ ਆ। ਇਹ 'ਚ ਬੜਾ ਪੁਆਇੰਟਸ ਕੀ ਹੈ, ਇਹ ਵੀ ਉੱਦਾਂ ਹੀ ਲਿਖਣਾ। ਪਹਿਲਾ ਪੁਆਇੰਟ ਕੀ ਕਹਿੰਦਾ,
ਸਭ ਤੋਂ ਪਹਿਲਾਂ ਜਿਸ ਵੀ ਬੈਂਕ ਦੀ ਤੁਸੀਂ ਈ ਬੈਂਕਿੰਗ ਸੇਵਾ ਲੈਣਾ ਚਾਹੁੰਦੇ ਹੋ ਉਸ ਵੀ ਬੈਂਕ ਵਿੱਚ ਜਾ ਕੇ ਤੁਹਾਨੂੰ ਇੱਕ ਫਾਰਮ ਭਰ ਕੇ ਆਪਣੀ ਸੇਵਾ ਲੈਣੀ ਪੈਗੀ। ਵੀ ਤੁਸੀਂ ਜਿਸ ਵੀ ਬੈਂਕ 'ਚ, ਜਦੋਂ ਤੁਸੀਂ ਪੰਜਾਬ ਨੈਸ਼ਨਲ ਬੈਂਕ 'ਚ ਜਾਂ ਸਟੇਟ ਬੈਂਕ ਆਫ ਇੰਡੀਆ 'ਚ ਜਿਸ ਵੀ ਬੈਂਕ ਦੀ ਨੈੱਟ ਬੈਂਕਿੰਗ ਲੈਣਾ ਚਾਹੁੰਦੇ ਹੋ, ਪਹਿਲਾਂ ਤੁਹਾਨੂੰ ਉਸ ਬੈਂਕ ਦੀ ਬ੍ਰਾਂਚ ਵਿੱਚ ਕੀ ਹੈ ਜਾਣਾ ਪਏਗਾ। ਉੱਥੇ ਜਾ ਕੇ ਤੁਸੀਂ ਕੀ ਭਰੋਗੇ, ਇੱਕ ਫਾਰਮ ਭਰੋਗੇ ਔਰ ਫਾਰਮ ਭਰ ਕੇ ਨੈੱਟ ਬੈਂਕਿੰਗ ਲਈ ਕਰੋਗੇ ਅਪਲਾਈ ਕਰੋਗੇ। ਦੂਸਰਾ ਬਣ ਗਿਆ ਕਿ ਜੋ ਤੁਸੀਂ ਨੈੱਟ ਬੈਂਕਿੰਗ ਲਈ ਅਪਲਾਈ ਕਰ ਦਿੰਦੇ ਹੋ, ਫਿਰ ਬੈਂਕ ਵਾਲੇ ਕੀ ਕਰੋਗੇ, ਤੁਹਾਨੂੰ ਇੱਕ ਯੂਜ਼ਰ ਆਈਡੀ ਅਤੇ ਪਾਸਵਰਡ ਕੀ ਕਰ ਦੋਗੇ, ਜਨਰੇਟ ਕਰਕੇ ਦੇ ਦੋਗੇ। ਔਰ ਉਹ ਵਾਲਾ ਪਾਸਵਰਡ ਜਿਹੜਾ ਵਾ ਤੁਸੀਂ ਬਾਅਦ ਵਿੱਚ ਆਪਣੀ ਲੋੜ ਮੁਤਾਬਿਕ ਬਦਲ ਵੀ ਸਕਦੇ ਹੋ। ਤੁਹਾਡੀ ਮਰਜ਼ੀ ਹੈ, ਚਾਹੇ ਤੁਸੀਂ ਪਾਸਵਰਡ ਉਹੀ ਰੱਖ ਲਓ, ਚਾਹੇ ਤੁਹਾਡੀ ਮਰਜ਼ੀ ਹੈ ਪਾਸਵਰਡ ਨੂੰ ਬਦਲ ਲਓ। ਠੀਕ ਹੈ, ਪੈਸੋ 2 ਪੁਆਇੰਟ ਹੋ ਗਏ ਨਾ, ਕਿ ਪਹਿਲਾਂ ਤੁਸੀਂ ਬੈਂਕ ਵਿੱਚ ਗਏ, ਬੈਂਕ ਵਿੱਚ ਜਾ ਕੇ ਫਾਰਮ ਭਰ ਕੇ ਕੀ ਕਰਤਾ, ਅਪਲਾਈ ਕਰਤਾ। ਹੁਣ ਜਦ ਤੁਸੀਂ ਅਪਲਾਈ ਕਰਤਾ ਤਾਂ ਉਸ ਬੈਂਕ ਵਾਲੇ ਨੇ ਕੀ ਕਰਨਾ ਵਾ, ਫਿਰ ਤੁਹਾਨੂੰ ਉਹਦਾ ਇੱਕ ਯੂਜ਼ਰ ਆਈਡੀ ਤੇ ਪਾਸਵਰਡ ਕੀ ਕਰ ਦੇਣਾ, ਦੇ ਦੇਣਾ ਵਾ। ਦੂਸਰਾ ਹੋ ਗਿਆ। ਤੀਸਰਾ ਪੁਆਇੰਟ ਕੀ ਆ ਗਿਆ, ਇਸ ਤੋਂ ਬਾਅਦ ਤੁਸੀਂ ਉਸ ਬੈਂਕ ਦੀ ਵੈਬਸਾਈਟ 'ਤੇ ਜਾਓਗੇ ਔਰ ਜੋ ਵੀ ਤੁਹਾਨੂੰ ਯੂਜ਼ਰ ਆਈਡੀ ਤੇ ਪਾਸਵਰਡ ਤੁਹਾਡਾ ਹੈਗਾ ਵਾ, ਉਹ ਵਾਲੀ ਯੂਜ਼ਰ ਆਈਡੀ ਤੇ ਪਾਸਵਰਡ ਲਗਾ ਕੇ ਤੁਸੀਂ ਆਪਣਾ ਅਕਾਊਂਟ ਖੋਲੋਗੇ। ਇੱਦਾਂ ਤੁਸੀਂ ਕਿਸੇ ਦੇ ਅਕਾਊਂਟ 'ਚ ਥੋੜ੍ਹਾ ਪੇਮੈਂਟ ਕਰ ਸਕਦੇ ਹੋ, ਤੁਹਾਨੂੰ ਆਪਣਾ ਅਕਾਊਂਟ ਖੋਲ੍ਹਣਾ ਪੈਣਾ। ਹੁਣ ਵੈਬਸਾਈਟ 'ਤੇ ਜਾ ਕੇ ਤੁਸੀਂ ਆਪਣਾ ਅਕਾਊਂਟ ਕਿਵੇਂ ਖੋਲੋਗੇ, ਕਿ ਜਿਹੜੀ ਵੀ ਬੈਂਕ ਦੀ ਉਹ ਵੈਬਸਾਈਟ ਹੈਗੀ ਹੈ, ਉਸ ਬੈਂਕ ਦੀ ਵੈਬਸਾਈਟ 'ਤੇ ਜਾਓਗੇ ਔਰ ਉੱਥੇ ਜਾ ਕੇ ਆਪਣਾ ਯੂਜ਼ਰ ਆਈਡੀ ਔਰ ਪਾਸਵਰਡ ਕੀ ਕਰੋਗੇ, ਫਿਲ ਕਰੋਗੇ। ਔਰ ਫਿਲ ਕਰਨ ਤੋਂ ਬਾਅਦ ਤੁਹਾਡਾ ਉਹ ਆਈਡੀ ਵਗੈਰਾ ਕੀ ਆ, ਖੁੱਲ੍ਹ ਜਾਊਗੀ। ਤੁਹਾਡਾ ਇੱਕ ਪੇਜ ਖੁੱਲ੍ਹ ਜਾਏਗਾ ਔਰ ਉਸ ਪੇਜ ਦੇ ਉੱਤੇ ਤੁਸੀਂ ਜੋ ਵੀ ਲੈਣ ਦੇਣ ਕਰਨਾ ਵਾ, ਜੋ ਵੀ ਕਿਸ ਨੂੰ ਪੇਮੈਂਟ ਵਗੈਰਾ ਕਰਨੀ ਆ, ਉਹ ਪੇਮੈਂਟ ਆਪਾਂ ਕਰ ਸਕਦੇ ਹਾਂ। ਪੇਮੈਂਟ ਤੁਹਾਨੂੰ ਕਰਨੀ ਆਉਂਦੀ ਹੈ ਕਿ ਆਪਾਂ ਜਿਸ ਵੀ ਖਾਤੇ 'ਚ ਪੈਸੇ ਭੇਜਣੇ ਆ, ਉਸ ਖਾਤੇ ਨੂੰ ਆਪਾਂ ਪਹਿਲਾਂ ਚੁਣ ਲਵਾਂਗੇ। ਠੀਕ ਹੈ, ਉਸ ਖਾਤਾ ਨੰਬਰ ਭਰ ਦੇਵਾਂਗੇ ਜਿਸ ਖਾਤੇ ਨੂੰ ਪੈਸੇ ਭੇਜਣੇ ਆ। ਖਾਤਾ ਨੰਬਰ ਭਰਨ ਤੋਂ ਬਾਅਦ ਆਪਾਂ ਉਹ ਬੰਦੇ ਦਾ, ਖਾਤੇ ਵਾਲੇ ਦਾ ਨਾਮ ਭਰ ਦਾਂਗੇ। ਜੇ ਸਪੋਜ਼ ਮੈਂ ਅਮਰੀਕ ਸਿੰਘ ਨੂੰ ਪੈਸੇ ਭੇਜਣੇ ਆ, ਪਹਿਲਾਂ ਉੱਪਰ ਨਾਮ ਕੀ ਲਿਖ ਦੂੰਗਾ, ਅਮਰੀਕ ਸਿੰਘ। ਫਿਰ ਜੋ ਵੀ ਅਮਰੀਕ ਸਿੰਘ ਦਾ ਖਾਤਾ ਨੰਬਰ ਹੋਊਗਾ, ਉਹਦਾ ਖਾਤਾ ਨੰਬਰ ਭਰ ਦੂੰਗਾ। ਫਿਰ ਉਹਦਾ IFSC ਕੋਡ ਪੁੱਛੂਗਾ ਬੈਂਕ ਦਾ, IFSC ਕੋਡ ਭਰ ਦੂੰਗਾ। ਸਾਰੀ ਜਾਣਕਾਰੀ ਭਰਨ ਤੋਂ ਬਾਅਦ ਮੈਂ ਐਂਡ 'ਚ ਕੀ ਕਰ ਦੂੰਗਾ, ਪੇਮੈਂਟ ਦੀ ਆਪਸ਼ਨ 'ਤੇ ਕਲਿੱਕ ਕਰ ਦੂੰਗਾ। ਔਰ ਪੇਮੈਂਟ ਦੀ ਆਪਸ਼ਨ 'ਤੇ ਕਲਿੱਕ ਕਰਨ ਤੋਂ ਬਾਅਦ ਮੈਨੂੰ ਇੱਕ OTP ਆਊਗਾ ਔਰ OTP ਨੂੰ ਮੈਂ ਕੀ ਕਰ ਦੂੰਗਾ, ਵੈਰੀਫਾਈ ਕਰ ਦੂੰਗਾ। ਔਰ ਵੈਰੀਫਾਈ ਕਰਨ ਤੋਂ ਬਾਅਦ ਉਹ ਪੇਮੈਂਟ ਜਿਹੜੀ ਆ ਉਸ ਬੰਦੇ ਦੇ ਖਾਤੇ 'ਚ ਚਲੀ ਜਾਏਗੀ ਜਿਸ ਬੰਦੇ ਨੂੰ ਮੈਂ ਪੇਮੈਂਟ ਦੇਣੀ ਹੈ। ਠੀਕ ਬੇਟਾ, ਸੋ ਇਹ ਸਾਰੇ ਸਟੈਪਸ ਹੋ ਗਏ ਤੁਹਾਡੀ ਈ ਬੈਂਕਿੰਗ ਦੀ ਪ੍ਰਕਿਰਿਆ ਦੇ। ਠੀਕ ਬੇਟਾ, ਸੋ ਇਸ ਤਰ੍ਹਾਂ ਆਪਣੇ ਕੁਐਸਚਨਸ ਹੋ ਗਏ ਵੇਲੇ।